ਅੱਜ ਦਾ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਜਿਹੜੀ ਕਲਾਸ ਹੈ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ, 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਹੈ। ਇਹਦੇ ਵਿੱਚ ਅਸੀਂ 9th ਕਲਾਸ ਦਾ ਗਣਿਤ ਦਾ ਜਿਹੜਾ ਆਖਰੀ ਅਧਿਆਇ ਹੈ ਸਾਡੇ ਕੋਲ ਸੰਭਾਵਨਾ ਪ੍ਰੋਬੇਬਿਲਿਟੀ ਉਹ ਅਸੀਂ ਡਿਸਕਸ ਕਰਾਂਗੇ। ਪ੍ਰੋਬੇਬਿਲਿਟੀ ਦਾ ਥੋੜਾ ਜਿਹਾ ਕਨਸੈਪਟ ਅਸੀਂ ਡਿਸਕਸ ਕਰਾਂਗੇ, ਫਿਰ ਪ੍ਰੋਬੇਬਿਲਿਟੀ ਦੇ ਉੱਤੇ ਬੇਸ ਜਿਹੜੇ ਸਾਡੇ ਕੋਲ ਕੁਐਸਚਨ ਨੇ ਉਹ ਵੀ ਅਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਠੀਕ ਹੈ, ਮੈਨੂੰ ਪੂਰੀ ਉਮੀਦ ਹੈ ਤੁਸੀਂ ਨੋਟਬੁੱਕ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਿਆ ਹੋਏਗਾ ਤਾਂ ਕਿ ਹਰ ਇੱਕ ਨੁਕਤਾ ਹਰ ਇੱਕ ਚੀਜ਼ ਜੋ ਤੁਹਾਨੂੰ ਦੱਸੀ ਜਾਏ ਉਹ ਤੁਸੀਂ ਨੋਟ ਵੀ ਕਰੋ ਤਾਂ ਕਿ ਤੁਹਾਡੇ ਕੋਲ ਪੂਰੇ ਸਾਲ ਦੇ ਵਿੱਚ ਆਉਣ ਵੇਲੇ ਉਹ ਕੰਮ ਆਏ। ਪ੍ਰੋਬੇਬਿਲਿਟੀ ਬਹੁਤ ਇੰਪੋਰਟੈਂਟ ਜਿਹੜਾ ਚੈਪਟਰ ਹੈ ਸੰਭਾਵਨਾ ਜਿਹੜਾ ਸਾਡੇ ਕੋਲ ਹੈ, ਕਿਉਂਕਿ ਸੰਭਾਵਨਾ ਅਧਿਆਇ ਜਿਹੜਾ ਹੈ ਤੁਸੀਂ 9th ਕਲਾਸ ਦੇ ਵਿੱਚ ਕਰੋਗੇ, ਫਿਰ 10ਵੀਂ ਕਲਾਸ ਦੇ ਵਿੱਚ ਵੀ ਤੁਹਾਨੂੰ ਸੰਭਾਵਨਾ ਜਿਹੜਾ ਉਹ ਲੈਸਨ ਆਏਗਾ। ਇਸੇ ਤਰ੍ਹਾਂ +1 +2 ਦੇ ਵਿੱਚ ਵੀ ਸਾਡੇ ਕੋਲ ਜਿਹੜਾ ਸੰਭਾਵਨਾ ਲੈਸਨ ਉਹ ਸਾਡੇ ਕੋਲ ਪ੍ਰੋਬੇਬਿਲਿਟੀ ਚੱਲਦਾ ਰਹਿੰਦਾ ਹੈ। तो बहुत इंपॉर्टेंट है, अगर किसी ने बाद में हायर क्लासेस ਦੇ ਵਿੱਚ मैथमैटिक्स ਲੈਣਾ ਹੈ ਉਹਨਾਂ ਦੇ ਲਈ ਵੀ ਚੈਪਟਰ ਜਿਹੜਾ ਹੈ ਉਹ ਬਹੁਤ ਮਹੱਤਵਪੂਰਨ ਹੈ। ਠੀਕ ਹੈ ਵਿਦਿਆਰਥੀਓ, ਬਹੁਤ ਸੌਖਾ ਹੈ, ਇਹਦੇ ਵਿੱਚੋਂ ਸਵਾਲ ਜਿਹੜਾ ਜ਼ਰੂਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਸੋ ਆਓ ਅਸੀਂ ਅੱਜ ਦੀ ਕਲਾਸ ਜਿਹੜੀ ਸੰਭਾਵਨਾ ਅਧਿਆਇ ਦੇ ਉੱਤੇ ਬੇਸਡ ਹੈ ਉਹ ਸ਼ੁਰੂ ਕਰਦੇ ਹਾਂ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਸਾਨੂੰ ਆਪਣੇ ਦੈਨਿਕ ਜੀਵਨ ਵਿੱਚ ਇਸ ਤਰ੍ਹਾਂ ਦੇ ਕਥਨ ਆਮ ਸੁਣਨ ਨੂੰ ਮਿਲਦੇ ਰਹਿੰਦੇ ਹਨ। ਕਿਸ ਤਰ੍ਹਾਂ ਦੇ ਕਥਨ? ਜਿਵੇਂ ਆਪਾਂ ਕਈ ਵਾਰ ਗੱਲ ਕਰਦੇ ਹਾਂ, ਸੰਭਵ ਹੈ ਕਿ ਅੱਜ ਵਰਖਾ ਹੋਏਗੀ। ਠੀਕ ਹੈ ਨਾ, ਸੰਭਵ ਹੈ ਕਿ ਅੱਜ ਵਰਖਾ ਹੋਏਗੀ। ਸਾਨੂੰ ਕਿਵੇਂ ਪਤਾ ਲੱਗਦਾ ਹੈ? ਅਸੀਂ ਸਿਚੁਏਸ਼ਨ ਦੇਖਦੇ ਹਾਂ, ਆਲੇ ਦੁਆਲੇ ਮੌਸਮ ਦਾ ਜਿਹੜਾ ਹਾਲ ਦੇਖਦੇ ਹਾਂ, ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਅੱਜ ਜਿਹੜੀ ਵਰਖਾ ਹੋਏਗੀ। ਠੀਕ ਹੈ। ਦੂਸਰਾ ਪੁਆਇੰਟ ਕਿ ਮੈਨੂੰ ਸੰਦੇਹ ਹੈ ਕਿ ਉਹ ਪ੍ਰੀਖਿਆ ਵਿੱਚ ਪਾਸ ਹੋਵੇਗਾ। ਇਹਦੇ 'ਚ ਜਿਹੜਾ ਸੰਦੇਹ ਹੈ ਇਹ ਕੀ ਦੱਸ ਰਿਹਾ ਕਿ ਹੋ ਸਕਦਾ ਹੈ ਉਹ ਪ੍ਰੀਖਿਆ ਦੇ ਵਿੱਚ ਪਾਸ ਹੋਵੇ ਜਾਂ ਪ੍ਰੀਖਿਆ ਦੇ ਵਿੱਚ ਪਾਸ ਨਾ ਹੋਵੇ, ਪਰ ਮੈਨੂੰ ਸ਼ੱਕ ਹੈ ਕਿ ਉਹ ਪ੍ਰੀਖਿਆ ਵਿੱਚ ਪਾਸ ਹੋਵੇਗਾ। ਸੋ ਇਸੇ ਤਰ੍ਹਾਂ ਤੀਸਰਾ ਪੁਆਇੰਟ ਪੜ੍ਹ ਸਕਦੇ ਹੋ ਕਿ ਸਾਲਾਨਾ ਪ੍ਰੀਖਿਆ ਵਿੱਚ ਕਵਿਤਾ ਦੇ ਪਹਿਲੇ ਸਥਾਨ ਤੇ ਆਉਣ ਦੀ ਸੰਭਾਵਨਾ ਸਭ ਤੋਂ ਵੱਧ ਹੈ। ਇਹਦਾ ਮਤਲਬ ਕਵਿਤਾ ਦਾ ਸਾਨੂੰ ਜਿਹੜਾ ਪਿਛਲਾ ਰਿਜ਼ਲਟ ਹੈ ਉਹਦੇ ਬਾਰੇ ਕੁਛ ਨਾ ਕੁਛ ਪਤਾ ਹੈ ਕਿ ਕਵਿਤਾ ਜਿਹੜੀ ਉਹ ਮਿਹਨਤ ਕਰਦੀ ਹੈ, ਉਹਦੇ ਅੰਕ ਜਿਹੜੇ ਉਹ ਚੰਗੇ ਆਉਂਦੇ ਆ, ਇਸ ਲਈ ਉਹਦੀ ਸੰਭਾਵਨਾ ਜਿਹੜੀ ਆਪਾਂ ਦੱਸ ਸਕਦੇ ਹਾਂ ਕਿ ਬਾਕੀ ਬੱਚਿਆਂ ਦੇ ਨਾਲੋਂ ਵੱਧ ਹੈ। ਠੀਕ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵਧਣ ਦਾ ਸੰਯੋਗ ਕਾਫੀ ਅਧਿਕ ਹੈ। ਇਹਦੇ 'ਚ ਵਰਡ ਜਿਹੜਾ ਸੰਯੋਗ ਹੈ ਉਹ ਸੰਭਾਵਨਾ ਦੇ ਨਾਲ ਸੰਬੰਧਿਤ ਹੈ। ਪੰਜਵਾਂ ਹੈ ਕਿ ਅੱਜ ਦੇ ਮੈਚ ਵਿੱਚ ਭਾਰਤ ਦੇ ਟਾਸ ਜਿੱਤਣ ਦਾ ਸੰਯੋਗ ਜਿਹੜਾ ਹੈ ਉਹ ਸਾਡੇ ਕੋਲ 50-50 ਹੈ। ਠੀਕ ਹੈ। ਤੋ ਇਸ ਤਰ੍ਹਾਂ ਆਪਾਂ ਬਹੁਤ ਵਾਰ ਗੱਲ ਕਰਦੇ ਹਾਂ ਜਦੋਂ ਅਸੀਂ ਪੋਸੀਬਿਲਿਟੀ ਦੀ ਗੱਲ ਕਰਦੇ ਹਾਂ ਕਿ ਇਹ ਚੀਜ਼ ਅੱਜ ਆ ਹੋਣਾ ਸੰਭਵ ਹੈ ਜਾਂ ਆ ਹੋਣਾ ਸੰਭਵ ਨਹੀਂ ਹੈ। ਇੱਥੇ ਉੱਪਰ ਦੇ ਕਥਨਾਂ ਵਿੱਚ ਸੰਭਵ, ਸੰਦੇਹ, ਸ਼ੰਕਾ, ਸੰਜੋਗ ਆਦਿ ਸ਼ਬਦਾਂ ਵਿੱਚ ਅਨਿਸ਼ਚਿਤਤਾ ਦੀ ਭਾਵਨਾ ਬਣੀ ਰਹਿੰਦੀ ਹੈ। ਠੀਕ ਹੈ ਨਾ। ਹੁਣ ਜਦੋਂ ਅਸੀਂ ਇਹ ਸਾਰੇ ਸਵਾਲਾਂ ਦੇ ਇਹ ਸਾਰੇ ਕਥਨਾਂ ਦੀ ਗੱਲ ਕਰਦੇ ਹਾਂ, ਸੰਭਵ ਹੈ ਕਿ ਅੱਜ ਵਰਖਾ ਹੋਵੇਗੀ। ਸੰਭਵ ਹੈ ਦੇ ਵਿੱਚ ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਵਰਖਾ ਹੋਏਗੀ, ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ। ਉਦਾਹਰਨ ਦੇ ਲਈ ਕਥਨ 1 ਵਿੱਚ ਸੰਭਵ ਹੈ ਕਿ ਵਰਖਾ ਹੋਏਗੀ ਦਾ ਅਰਥ ਹੈ ਕਿ ਵਰਖਾ ਹੋ ਵੀ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ। ਵਰਖਾ ਹੋਣ ਦੀ ਭਵਿੱਖਬਾਣੀ ਅਸੀਂ ਆਪਣੇ ਪਿਛਲੇ ਅਨੁਭਵਾਂ ਤੋਂ ਕਰਦੇ ਹਾਂ, ਜਦੋਂ ਕਿ ਇਸ ਪ੍ਰਕਾਰ ਦੀਆਂ ਪਰਿਸਥਿਤੀਆਂ ਵਿੱਚ ਵਰਖਾ ਹੋਈ ਸੀ। ਠੀਕ ਹੈ। ਅਸੀਂ ਆਪਣੇ ਅੰਦਾਜ਼ੇ ਜਿਹੜੇ ਉਹ ਲਗਾਉਂਦੇ ਹਾਂ ਕਿ ਹਾਂ ਅੱਜ ਬੱਦਲ ਹੋ ਗਿਆ, ਇਸ ਤਰ੍ਹਾਂ ਦੇ ਬੱਦਲ ਹੈਗੇ ਨੇ, ਇਸ ਢੰਗ ਦੀ ਹਵਾ ਚੱਲ ਰਹੀ ਹੈ, ਇਸ ਕਰਕੇ ਪਿਛਲੀ ਵਾਰ ਇਵੇਂ ਮੀਂਹ ਪਿਆ ਸੀ ਤੇ ਅੱਜ ਵੀ ਜਿਹੜੇ ਮੀਂਹ ਪੈਣ ਦੇ ਸਾਡੇ ਕੋਲ ਚਾਂਸ ਉਹ ਬਣੇ ਹੋਏ ਨੇ। ਠੀਕ ਹੈ। ਇਸੇ ਤਰ੍ਹਾਂ ਬਾਕੀ ਵੀ ਸਾਰੇ ਜਿਹੜੇ ਸਾਡੇ ਕੋਲ ਇਹ ਕਥਨ ਨੇ, ਇਹਨਾਂ ਦੇ ਵਿੱਚ ਇੱਕ ਆਪਾਂ ਪੱਕਾ ਨਹੀਂ ਹੈ ਵੀ ਇਹ ਕੰਮ ਹੋਏਗਾ ਜਾਂ ਨਹੀਂ ਹੋਏਗਾ, ਪਰ ਆਪਾਂ ਉਹਦੀ ਸੰਭਾਵਨਾ ਜਿਹੜੀ ਆ ਉਹ ਥੋੜ੍ਹੀ ਜਿਹੀ ਦੱਸੀ ਹੈ। ਉਹਦੇ ਵਿੱਚ ਵੀ ਇੱਕ ਆਪਣੇ ਢੰਗ ਦੀ ਨਿਸ਼ਚਿਤਤਾ ਹੈ ਕਿ ਕੰਮ ਹੋਏਗਾ ਜਾਂ ਨਹੀਂ ਹੋਏਗਾ, ਡੀਜ਼ਲ ਦੀਆਂ ਕੀਮਤਾਂ ਵਧਣਗੀਆਂ ਜਾਂ ਨਹੀਂ ਵਧਣਗੀਆਂ, ਭਾਰਤ ਨੇ ਮੈਚ ਦਾ ਜਿਹੜਾ ਟਾਸ ਉਹ ਜਿੱਤੇਗਾ ਜਾਂ ਨਹੀਂ ਜਿੱਤੇਗਾ। ਆਪਾਂ ਸਿਰਫ ਚਾਂਸ ਦੱਸਦੇ ਹਾਂ ਵੀ ਕਿੰਨੇ ਕਿੰਨੇ ਹੈਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਥਿਤੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਜਿਹੜੀ ਅਨਿਸ਼ਚਿਤਤਾ ਬਣੀ ਹੁੰਦੀ ਹੈ ਕਿਸੇ ਵੀ ਘਟਨਾ ਨੂੰ ਲੈ ਕੇ, ਉਹਨੂੰ ਜਦੋਂ ਅਸੀਂ ਸੰਖਿਆਤਮਕ ਰੂਪ ਦਿੰਦੇ ਹਾਂ ਤਾਂ ਉਹ ਸਾਡੇ ਕੋਲ ਜਿਹੜਾ ਸੰਭਾਵਨਾ ਪ੍ਰੋਬੇਬਿਲਿਟੀ ਜਿਹੜਾ ਟੌਪਿਕ ਹੈ ਸਾਡੇ ਕੋਲ ਮੈਥਮੈਟਿਕਸ ਦਾ, ਉਹ ਸਾਡੀ ਹੈਲਪ ਕਰਦਾ। ਠੀਕ ਹੈ। ਅਨੇਕ ਸਥਿਤੀਆਂ ਵਿੱਚ ਸੰਭਾਵਨਾ ਪ੍ਰੋਬੇਬਿਲਿਟੀ ਦੀ ਸਹਾਇਤਾ ਨਾਲ ਸੰਭਵ ਹੈ ਆਦਿ ਜਿਹੀ ਅਨਿਸ਼ਚਿਤਤਾ ਦਾ ਸੰਖਿਆਤਮਕ ਰੂਪ ਮਾਪਿਆ ਜਾ ਸਕਦਾ ਹੈ। ਠੀਕ ਹੈ। ਤੋ ਸੰਭਾਵਨਾ ਦੇ ਵਿੱਚ ਅਸੀਂ ਕੁਝ ਚੀਜ਼ਾਂ, ਪ੍ਰੋਬੇਬਿਲਿਟੀ ਜਿਹੜਾ ਅਧਿਆਇ ਹੈ ਸਾਡੇ ਕੋਲ, ਸੰਭਾਵਨਾ ਜਿਹੜਾ ਅਧਿਆਇ ਹੈ ਇਹਦੇ ਵਿੱਚ ਆਪਾਂ ਕੁਝ ਤਰੀਕੇ ਜਿਹੜੇ ਇਹੋ ਜਿਹੇ ਪੜਾਂਗੇ ਜਿਹਦੇ ਨਾਲ ਆਪਾਂ ਕਿਸੇ ਵੀ ਘਟਨਾ ਦੇ ਹੋਣ ਦੀ ਜਾਂ ਘਟਨਾ ਦੇ ਨਾ ਹੋਣ ਦੀ ਜੋ ਸੰਭਾਵਨਾ ਹੈ, ਜੋ ਅਨਿਸ਼ਚਿਤਤਾ ਹੈ, ਉਹਨੂੰ ਅਸੀਂ ਸੰਖਿਆਤਮਕ ਰੂਪ ਦੇ ਵਿੱਚ ਉਹਨੂੰ ਦਰਸਾਉਣ ਦਾ ਯਤਨ ਕਰਾਂਗੇ। ਇਸ ਨੂੰ ਸਮਝਣ ਦੇ ਲਈ ਆਓ ਅਸੀਂ ਇੱਕ ਸਵਾਲ ਜਿਹੜਾ ਉਹ ਸਭ ਤੋਂ ਪਹਿਲਾਂ ਦੇਖਦੇ ਹਾਂ। ਹਾਂਜੀ ਵਿਦਿਆਰਥੀਓ, ਸਕਰੀਨ ਦੇ ਉੱਤੇ ਤੁਸੀਂ ਇੱਕ ਸਵਾਲ ਦੇਖ ਰਹੇ ਹੋ ਕਿ ਇੱਕ ਸਿੱਕੇ ਨੂੰ 1000 ਵਾਰ ਉਛਾਲਣ ਤੇ ਹੇਠ ਲਿਖੀਆਂ ਬਾਰੰਬਾਰਤਾ ਹੁੰਦੀਆਂ ਹਨ। ਠੀਕ ਹੈ। ਸਿੱਕੇ ਦੇ ਵਿੱਚ ਸਾਨੂੰ ਪਤਾ ਹੈ ਕਿ ਸਿੱਕੇ ਦੇ ਇੱਕ ਪਾਸੇ ਜਿਹੜਾ ਸਾਡੇ ਕੋਲ ਹੈਡ ਹੁੰਦਾ ਹੈ।
ठीक है। और दूजे पासे साडे कोल टेल हुंदा है, जिहड़ा हैड है उहनूं असीं बोलदे हां चित, ठीक है। और जो साडे कोल टेल हुंदा है उहनूं असीं बोलदे हां पट, ठीक है जी। तो 1000 ਵਾਰ ਜਦੋਂ ਸਿੱਕੇ ਨੂੰ ਉਛਾਲਿਆ ਗਿਆ, ਫਿਰ ਜਿਹੜੇ ਉਹਦੇ ਨਤੀਜੇ ਆ ਰਹੇ ਸੀ ਉਹ ਨਾਲ-ਨਾਲ ਨੋਟ ਕੀਤੇ ਗਏ ਤਾਂ ਕੀ ਚੈੱਕ ਕੀਤਾ ਗਿਆ ਕਿ 455 ਵਾਰ ਜਿਹੜਾ ਹੈ ਉਹ ਸਾਨੂੰ ਚਿੱਤ ਪ੍ਰਾਪਤ ਹੋਇਆ, ਭਾਵ ਹੈਡ ਪ੍ਰਾਪਤ ਹੋਇਆ, ਤੇ 545 ਵਾਰ ਸਿੱਕੇ ਦੇ ਉੱਤੇ ਸਾਨੂੰ ਪਟ ਭਾਵ ਕਿ ਟੇਲ ਪ੍ਰਾਪਤ ਹੋਇਆ, ਠੀਕ ਹੈ ਨਾ। ਟੋਟਲ 1000 ਵਾਰ ਸਿੱਕੇ ਨੂੰ ਉਛਾਲਿਆ ਗਿਆ ਸੀ, ਹੈਡ ਜਾਂ ਟੇਲ ਸਾਨੂੰ ਜਿਹੜਾ ਰਿਜ਼ਲਟ ਉਹ ਮਿਲਣਾ ਸੀ, ਉਹਦੇ ਵਿੱਚੋਂ 455 ਵਾਰ ਚਿੱਤ ਤੇ 545 ਵਾਰ ਪਟ ਜਿਹੜਾ ਸਾਨੂੰ ਉਹ ਮਿਲਿਆ ਹੈ। ਹਰੇਕ ਘਟਨਾ ਦੀ ਸੰਭਾਵਨਾ ਦੀ ਗਣਨਾ ਕਰੋ। ਹੁਣ ਇਹਦੇ ਵਿੱਚ ਅਸੀਂ ਚਿੱਤ ਆਉਣ ਦੀ ਜਿਹੜੀ ਸੰਭਾਵਨਾ ਹੈ ਉਹ ਕੀ ਹੈ ਉਹ ਅਸੀਂ ਮਾਪਣੀ ਹੈ, ਤੇ ਪਟ ਆਉਣ ਦੀ ਜਿਹੜੀ ਸੰਭਾਵਨਾ ਹੈ ਉਹਦਾ ਮਾਪ ਅਸੀਂ ਸੰਖਿਆਤਮਕ ਰੂਪ ਦੇ ਵਿੱਚ ਲਿਖਣਾ ਹੈ, ਠੀਕ ਹੈ। तो इस हुण साडे कोल सिचुएशन है वो सानू पूरी तरह दित्ती गई है, ठीक है। सानू कुल जिहड़ियां कोशिशां कीतियां गईयां ने उन्हां दी गिनती पता है, ये साडे कोल जिहड़ा 1000 है कुल कोशिशां ने, ਉਹਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਕਿੰਨੀ ਵਾਰ ਸਾਡੇ ਕੋਲ ਜਿਹੜਾ ਚਿੱਤ ਆਇਆ ਉਹ ਵੀ ਸਾਨੂੰ ਦਿੱਤਾ ਹੋਇਆ, ਉਸ ਕੋਸ਼ਿਸ਼ਾਂ ਦੇ ਵਿੱਚ ਕਿੰਨੀ ਵਾਰ ਸਾਡੇ ਕੋਲ ਜਿਹੜਾ ਪਟ ਪ੍ਰਾਪਤ ਹੋਇਆ, ਭਾਵ ਟੇਲ ਪ੍ਰਾਪਤ ਹੋਇਆ, ਉਹ ਵੀ ਗਿਣਤੀ ਸਾਨੂੰ ਦਿੱਤੀ ਗਈ ਹੈ, ਠੀਕ ਹੈ। ਸੋ ਇਹਦੇ ਵਿੱਚ ਅਸੀਂ ਕਿਵੇਂ ਪਤਾ ਕਰਦੇ ਹਾਂ ਸੰਭਾਵਨਾ, ਉਹਦੇ ਬਾਰੇ ਆਪਾਂ ਪਹਿਲਾਂ ਇੱਕ ਛੋਟਾ ਜਿਹਾ ਫਾਰਮੂਲਾ ਜਿਹੜਾ ਦੇਖਾਂਗੇ, ਫਿਰ ਅਸੀਂ ਉਹਨੂੰ ਇਸ ਕੁਐਸਚਨ ਦੇ ਵਿੱਚ ਉਸ ਦੀ ਆਪਾਂ ਵਰਤੋਂ ਕਰਾਂਗੇ, ਠੀਕ ਹੈ। तो अगर साडे कोल कोई भी घटना है जिहदा नाम असीं ई रख लैंदे हां, घटना ई, ठीक है। मन लो घटना ई जिहड़ी है वो की है कि सानू जिहड़ा चित्त प्राप्त हुंदा है, चित्त प्राप्त हुंदा है, ठीक है। तो असीं जदों लिखांगे प्रोबेबिलिटी ऑफ ई दी संभावना मतलब चित्त आउण दी संभावना, इहनूं असीं किवें लिख सकदे हां वो आपां पहिलां सब तों देखांगे। चित्त प्राप्त होने की संभावना, ठीक है। और इनू असी PE दे नाल लिखते हैं, ठीक है। PE का भाव है प्रोबेबिलिटी ऑफ E, और E नू असी पहला जड़ा वो दर्शा चुके हैं कि E की है, E वो घटना है जिहदे विच सानू चित्त प्राप्त हुंदा है। सो असी हर बार चित्त प्राप्त होने की संभावना नहीं लिखांगे, इहदी जगह ते असी घटना का नाम जड़ा वो E रख दिंदे हां, ਤੇ ਫਿਰ ਆਪਾਂ ਐਵੇਂ P ਬ੍ਰੈਕਟ ਦੇ ਵਿੱਚ E ਲਿਖ ਦਿੰਦੇ ਹਾਂ, ਠੀਕ ਹੈ। तो P ਬ੍ਰੈਕਟ ਦੇ ਵਿੱਚ E ਪ੍ਰੋਬੇਬਿਲਿਟੀ ਆਫ E ਮਤਲਬ E ਘਟਨਾ ਹੋਣ ਦੀ ਜਿਹੜੀ ਸੰਭਾਵਨਾ ਹੈ, ਇਹਦਾ ਸਾਡੇ ਕੋਲ ਜਿਹੜਾ ਸੂਤਰ ਹੁੰਦਾ ਜਿਹੜਾ ਅਸੀਂ ਅੱਗੇ ਸਵਾਲਾਂ ਦੇ ਵਿੱਚ ਵਰਤਣਾ ਹੈ, ਉਹ ਸਾਡੇ ਕੋਲ ਹੈ ਕਿ ਕੋਸ਼ਿਸ਼ਾਂ ਦੀ ਸੰਖਿਆ ਜਿਸ ਵਿੱਚ ਘਟਨਾ ਘਟੀ ਹੈ। ਕੋਸ਼ਿਸ਼ਾਂ ਦੀ ਸੰਖਿਆ ਜਿਸ ਵਿੱਚ घटना घटी है वटा ये सारे नूं असीं भाग करांगे कोशिशां दी कुल संख्या दे। कोशिशां दी कुल संख्या, हुण इहदा की मतलब है, जिवें साडे कोल उपर सवाल दे विच कहा गया है कि 1000 वार सिक्के नूं 1000 वार उछालिया गया है, ठीक है। तो 1000 वार उछालन दा मतलब कि जिहड़ियां कोशिशां ने वो कितनी बार कीतियां गईयां ने, वो साडे कोल कोशिशां दी संख्या है, भाव कि कोशिशां दी संख्या साडे कोल इस सवाल दे विच 1000 है, ठीक है। उस तो बाद कोशिशां दी संख्या जिस विच घटना घटी है, अगर आपां चित्त आउण दी गल करदे हां तो चित्त जिहड़ा है वो साडे कोल सारियां कोशिशां दे विच हर बार तां नहीं आया, सिर्फ 455 वार सानू प्राप्त हुंदा है, ठीक है। इसी तरह 1000 कोशिशां दे विच पट जिहड़ा सानू कितनी बार प्राप्त हुंदा है, पट सानू 545 वार प्राप्त हुंदा है। सो अगर तां असीं चित्त आउण दी जिहड़ी संभावना वो पता करनी है तां आपां की करांगे, वो कोशिशां दी संख्या जिहड़ी है वो असीं देखांगे जिहदे विच साडे कोल चित्त आया होवे, ठीक है। वो साडे कोल 455 है, कुल कोशिशां दी संख्या जिहड़ी 1000 है वो असीं हेठां लिख दांगे। इसी तरह अगर असीं पट आउण दी संभावना पता करनी है तो उहदे वास्ते असीं वो देखांगे वो वालियां कोशिशां जिन्हां विच साडे कोल पट जो है वो प्राप्त होया होवे, वो असीं गिनती जिहड़ी 545 है वो असीं उपर अंश दे विच लिखांगे ते हर दे विच असीं कुल कोशिशां दी संख्या जिहड़ी साडे कोल 1000 है वो लिख देंगे। यही फॉर्मूला जिहड़ा असीं ये सिर्फ इत्थे ही नहीं, ये बहुत सारे अलग अलग जिहड़े साडे कोल परीक्षण है, अलग अलग एक्सपेरीमेंट होणगे, उन्हां सारियां दे विच असीं इहनूं
ਵਰਤ ਸਕਦੇ ਹਾਂ। ਠੀਕ ਹੈ, ਅਲੱਗ-ਅਲੱਗ ਸਵਾਲ ਜਦੋਂ ਅਸੀਂ ਕਰਾਂਗੇ ਉਹਦੇ ਵਿੱਚ ਸਾਨੂੰ ਹੋਰ ਜ਼ਿਆਦਾ ਜਿਹੜਾ ਕਲੀਅਰ ਹੋ ਜਾਏਗਾ। ਫਿਲਹਾਲ ਸਮਝਣ ਦੇ ਲਈ ਆਪਾਂ ਇਹ ਚੀਜ਼ ਜਿਹੜੀ ਆ ਉਹ ਯਾਦ ਰੱਖਣੀ ਹੈ। ਫਾਰਮੂਲਾ ਇਹ ਜਿਹੜਾ ਤੁਸੀਂ ਨੋਟ ਕਰ ਲੈਣਾ ਹੈ, ਸੂਤਰ ਇਹ ਨੋਟ ਕਰ ਲੈਣਾ ਹੈ, ਇਹ ਬਹੁਤ ਇੰਪੋਰਟੈਂਟ ਹੈ। ਸਾਰੇ ਸਵਾਲਾਂ ਦੇ ਵਿੱਚ ਆਪਾਂ ਤਕਰੀਬਨ ਇਹੀ ਜਿਹੜਾ ਫਾਰਮੂਲਾ ਉਹ ਯੂਜ਼ ਕਰਨਾ ਹੈ। ਠੀਕ ਹੈ, ਸੋ ਆਪਾਂ ਇਸੇ ਸਵਾਲ ਨੂੰ ਹੁਣ ਹੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਕੋਸ਼ਿਸ਼ਾਂ ਦੀ ਕੁੱਲ ਸੰਖਿਆ, ਮਤਲਬ ਕਿੰਨੀ ਵਾਰ ਸਿੱਕੇ ਨੂੰ ਜਿਹੜਾ ਉਛਾਲਿਆ ਗਿਆ ਹੈ। ਕੋਸ਼ਿਸ਼ਾਂ ਦੀ कुल संख्या, तो कोशिशों की कुल संख्या साडे कोल 1000 है। ठीक है, कोशिशों की संख्या जिन्हां विच सानू चित प्राप्त होया है, कोशिशों की संख्या जिन्हां विच चित प्राप्त होया है, ये साडे कोल हैगे ने, इन्हां दी गिनती 455 है। ठीक है, और इस तो बाद कोशिशों की संख्या जिन्हां विच सानू पट प्राप्त होया है, ये साडे कोल गिनती है 545। ठीक है विद्यार्थियों, तो इस तो बाद असी जिहड़ा चित आउण दा जो साडे कोल घटना है, चित आउण दी घटना है, उहनूं असी ई रख लवांगे, उहदा नाम असी ई रख लेने, और पट आउण दी जो घटना है उहदा नाम असी एफ रख लेने। ठीक है, असी चित आउण दी घटना नूं ई नाल अते पट आउण दी घटना नूं एफ नाल दर्शावांगे। ठीक है जी, असी चित आउण दी घटना नूं ई नाल ते पट आउण दी घटना नूं एफ नाल दर्शावांगे। ई दी संभावना, हाँ जी, ई दी संभावना दा सूत्र साडे कोल की होएगा, जिवें आपां पहलां गल करके आए हां, चित दे आउण दी संख्या वटा कोशिशां दी कुल संख्या। चित दे आउण दी संख्या वटा कोशिशां दी कुल संख्या। सो सवाल दे विच चित जिहड़ा सानू कितनी बार प्राप्त हुंदा है, 455 बार, और कोशिशां दी कुल जिहड़ी संख्या है वो साडे कोल है 1000। ठीक है, तो इस तरह असीं कह सकते हैं कि ई दी संभावना या पी ई जिहड़ा है इहदा साडे कोल जिहड़ा संख्यात्मक मुल है वो साडे कोल 0.455। ठीक है, तो ये साडे कोल संभावना है इस स्थिति दे विच चित दे प्राप्त होण दी। इसी ढंग दे नाल आपां एफ दी संभावना जिहड़ी पता करांगे। तो इस तो बाद एफ दी संभावना इनू असी पी एफ भी लिख सकते हैं। ठीक, हाँ जी, ये साडे कोल आएगा पट प्राप्त होने की संख्या या पट आउण की संख्या, पट आउण की संख्या वटा पट सानू 545 बार प्राप्त हो रहा है। तो 545 साडे कोल अंश दे विच आएगा ते हर दे विच कुल कोशिशां दी संख्या भाव के 1000, इनू अगर असीं भाग करदे हां साडे कोल 0.054
5 जो है वो बन जाएगा। संभावना f ਦੀ ਜਿਹੜੀ ਸਾਡੇ ਕੋਲ ਉਹ ਕੀ ਬਣ ਜਾਂਦੀ ਹੈ 0.545, ठीक है। ਸੋ ਇਸ ਢੰਗ ਦੇ ਨਾਲ ਅਸੀਂ ਜਿਹੜਾ ਸਿਚੁਏਸ਼ਨ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜੋ ਸਾਨੂੰ ਜਾਣਕਾਰੀ ਦਿੱਤੀ ਹੁੰਦੀ ਹੈ ਉਹਨੂੰ ਵਰਤ ਕੇ ਆਪਾਂ ਕਿਸੇ ਵੀ ਘਟਨਾ ਦੀ ਜਿਹੜੀ ਸੰਭਾਵਨਾ ਉਹ ਪਤਾ ਕਰ ਸਕਦੇ ਹਾਂ, ਠੀਕ ਹੈ। ਇਸੇ ਸਵਾਲ ਦੇ ਵਿੱਚ ਇੱਕ ਚੀਜ਼ ਹੋਰ ਆਪਾਂ ਅਗਰ ਧਿਆਨ ਦਈਏ ਕਿ ਅਗਰ ਅਸੀਂ ਸੰਭਾਵਨਾ ਦੀ ਦੋਨੋਂ ਘਟਨਾਵਾਂ ਦੀ ਸੰਭਾਵਨਾ ਦਾ ਅਸੀਂ ਜੋੜ ਕਰਦੇ ਹਾਂ ਭਾਵ ਕਿ PE ਜਮਾ PF ਤਾਂ ਸਾਡੇ ਕੋਲ ਕੀ ਪ੍ਰਾਪਤ ਹੁੰਦਾ ਹੈ 0.455 ਜਮਾ 0.545 ਔਰ ਇਹਨਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ ਬਣੇਗਾ 1, ਠੀਕ ਹੈ। ਹੁਣ ਆਪਾਂ ਇਹ ਚੀਜ਼ ਦੇਖੀਏ ਕਿ ਜਦੋਂ ਅਸੀਂ ਸਿੱਕੇ ਨੂੰ ਉਛਾਲਦੇ ਹਾਂ ਤਾਂ ਸਾਡੇ ਕੋਲ ਜਿਹੜੀਆਂ ਦੋ ਹੀ ਘਟਨਾਵਾਂ ਹੋ ਸਕਦੀਆਂ ਨੇ, ਜਾਂ ਤਾਂ ਸਾਡੇ ਕੋਲ ਜਿਹੜਾ ਹੈ ਉਹ ਚਿੱਤ ਪ੍ਰਾਪਤ ਹੋ ਸਕਦਾ ਹੈ ਜਾਂ ਸਾਡੇ ਕੋਲ ਪਟ ਪ੍ਰਾਪਤ ਹੋ ਸਕਦਾ ਹੈ। ਸੋ ਕਿਸੇ ਵੀ ਪ੍ਰੇਖਣ ਦੇ ਵਿੱਚ ਕਿਸੇ ਵੀ ਐਕਸਪੈਰੀਮੈਂਟ ਦੇ ਵਿੱਚ ਜੋ ਘਟਨਾਵਾਂ ਹੋ ਸਕਦੀਆਂ ਨੇ ਉਹਨਾਂ ਦੀ ਜਿਹੜੀ ਸੰਭਾਵਨਾ ਹੈ ਉਹ ਅਸੀਂ ਪਤਾ ਕਰਨ ਤੋਂ ਬਾਅਦ ਅਗਰ ਅਸੀਂ ਉਹਨਾਂ ਨੂੰ ਜੋੜੀਏ ਤਾਂ ਸਾਡੇ ਕੋਲ ਉੱਤਰ ਜਿਹੜਾ ਹਮੇਸ਼ਾ ਹੀ 1 ਪ੍ਰਾਪਤ ਹੁੰਦਾ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਸੋ ਵਿਦਿਆਰਥੀਓ ਅਗਲਾ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਦੋ ਸਿੱਕਿਆਂ ਨੂੰ ਇਕੱਠੇ 500 ਵਾਰ ਉਛਾਲਣ ਤੇ ਸਾਨੂੰ ਪ੍ਰਾਪਤ ਹੁੰਦਾ ਹੈ 2 ਚਿੱਤ 105 ਵਾਰ, 1 ਚਿੱਤ 275 ਵਾਰ ਤੇ ਕੋਈ ਵੀ ਚਿੱਤ ਨਹੀਂ 120 ਵਾਰ, ठीक है। ਜਦੋਂ ਦੋ ਸਿੱਕੇ ਅਸੀਂ ਉਛਾਲਾਂਗੇ तो किसी भी सिक्के ते सानू दोनों सिक्कियां दे उत्ते दोनों दे उत्ते चित भी आ सकदा है, दोनों दे उत्ते साडे कोल पट भी आ सकदा है, ठीक है। और ये भी हो सकदा है एक सिक्के ते सानू चित प्राप्त होए ते दूजे सिक्के ते सानू पट प्राप्त होए। आपां पहलां थोड़ा जिहा लिख लैंदे आ कि हो सकदा है साडे कोल पहले सिक्के ते सानू चित प्राप्त होए और दूजे सिक्के ते भी सानू चित प्राप्त होए, ठीक है। दूसरा साडे कोल ये हो सकदा है कि पहले सिक्के ते सानू चित प्राप्त होए ते दूजे सिक्के ते सानू पट प्राप्त होए, या ये हो सकता है कि पहले सिक्के ते सानू पट प्राप्त होए दूजे सिक्के ते सानू चित प्राप्त होए, और ये भी हो सकता है कि सानू किसी भी सिक्के ते चित ना प्राप्त होए, दोनों ही सिक्कियां ते साडे कोल जो है पट प्राप्त होए। तो ये सारियां संभावनावां ने जो साडे कोल हो सकदियां ने। तो सवाल दे विच सानू कहा गया कि दो चित कितनी बार आए ने 105 बार आए ने, भाव ये जिहड़ा साडे कोल नतीजा है दोनों सिक्कियां दे उत्ते चित आउण दा सानू 105 बार प्राप्त होया है और एक चित जिहड़ा सानू ये 275 बार मिलिया है। हुण ये दूसरा ते तीसरा ਜਿਹੜੇ ਦੋਨੋਂ ਨਤੀਜੇ ਨੇ ਦੋਨਾਂ ਦੇ ਵਿੱਚ ਹੀ ਸਾਨੂੰ ਚਿੱਤ ਜਿਹੜਾ ਉਹ ਇੱਕ ਵਾਰ ਮਿਲਦਾ ਹੈ। तो ਇਹ ਆਪਾਂ ਕਹਿ ਸਕਦੇ ਹਾਂ ਇਹਨਾਂ ਦੀ ਜਿਹੜੀ ਗਿਣਤੀ ਹੈ ਟੋਟਲ ਉਹ ਸਾਡੇ ਕੋਲ 275 ਹੈ ਤੇ ਕੋਈ ਵੀ ਚਿੱਤ ਨਹੀਂ, ਭਾਵ ਕਿ ਜਿਹੜਾ ਚੌਥਾ ਨਤੀਜਾ ਹੈ ਉਹ ਕਿੰਨੀ ਵਾਰ ਪ੍ਰਾਪਤ ਹੋਇਆ ਹੈ 120 ਵਾਰ ਪ੍ਰਾਪਤ ਹੋਇਆ ਹੈ। ਇਹਨਾਂ ਵਿੱਚੋਂ ਹਰੇਕ ਘਟਨਾ ਦੇ ਘਟਣ ਦੀ ਸੰਭਾਵਨਾ ਪਤਾ ਕਰੋ, ਠੀਕ ਹੈ। तो ਆਪਾਂ ਇਹਦੇ ਚ ਹੁਣ ਘਟਨਾਵਾਂ ਦੇ ਪਹਿਲਾਂ ਨਾਮ ਜਿਹੜੇ ਉਹ ਲਿਖਾਂਗੇ, ਫਿਰ ਉਸ ਤੋਂ ਬਾਅਦ ਕੁੱਲ ਘਟਨਾਵਾਂ ਕਿੰਨੀਆਂ ਨੇ, ਕੁੱਲ ਕੋਸ਼ਿਸ਼ਾਂ ਕਿੰਨੀਆਂ ਹੋਈਆਂ, ਉਹਦੇ ਵਿੱਚੋਂ ਕਿੰਨੀ ਵਾਰ ਸਾਨੂੰ ਜਿਹੜੇ ਲੋੜੀਂਦੇ ਨਤੀਜੇ ਜਿਹੜੇ ਉਹ ਪ੍ਰਾਪਤ ਹੋਏ, ਉਹਦੇ ਅਨੁਸਾਰ ਅਸੀਂ ਹਰ ਘਟਨਾ ਦੀ ਸੰਭਾਵਨਾ ਪਤਾ ਕਰਾਂਗੇ, ਠੀਕ ਹੈ। तो देखते हैं ਕੋਸ਼ਿਸ਼ਾਂ ਦੀ ਕੁੱਲ ਸੰਖਿਆ, ਭਾਵ ਕਿ ਸਿੱਕਾ ਜਿਹੜਾ ਹੈ ਉਹ ਕੁੱਲ ਕਿੰਨੀ ਵਾਰ ਉਛਾਲਿਆ ਗਿਆ। ਕੋਸ਼ਿਸ਼ਾਂ ਦੀ ਕੁੱਲ ਸੰਖਿਆ ਸਾਡੇ ਕੋਲ 500 ਹੈ, ਠੀਕ ਹੈ। ਇਸ ਤੋਂ ਬਾਅਦ ਦੋ ਚਿਤਾਣ ਦੀ ਸਾਡੇ ਕੋਲ ਜਿਹੜੀ ਸੰਖਿਆ ਹੈ ਉਹ 105 ਵਾਰ ਦੋ ਚਿਤ ਆਏ ਨੇ, 275 ਵਾਰ ਇੱਕ ਚਿਤ ਆਇਆ ਹੈ ਤੇ ਕੋਈ ਵੀ ਚਿਤ ਨਹੀਂ ਪ੍ਰਾਪਤ ਹੋਇਆ ਸਾਨੂੰ 120 ਵਾਰ। तो ਇਹ ਤਿੰਨੋਂ ਘਟਨਾਵਾਂ ਦੇ ਪਹਿਲਾਂ ਆਪਾਂ ਨਾਮ ਲਿਖਾਂਗੇ। ਮੰਨ ਲਓ ਇਹ ਜਿਹੜੀ ਘਟਨਾ ਹੈ ਕਿ ਦੋ ਚਿਤ ਪ੍ਰਾਪਤ ਹੋਏ, ਦੋ चित प्राप्त होए, इनू असी E1 मान लेने। इस तो बाद दूसरी जिहड़ी घटना है एक चित प्राप्त होने दी उहदा नाम असी E2 रख लेने, ठीक है। E2 एक ही चित प्राप्त होया, एक चित प्राप्त होया। इस तो बाद E3 घटना आपां नाम रख लेने E3 कि सानू कोई भी चित प्राप्त नहीं होया, कोई भी चित प्राप्त नहीं
ਹੋਇਆ। ठीक है विद्यार्थियों, तो ਇਹਦੇ ਨਾਲ ਹੁਣ ਅਸੀਂ हर एक घटना की ਜਿਹੜੀ ਉਹ ਸੰਭਾਵਨਾ ਉਹ ਪਤਾ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ संभावना E1 की, प्रोबेबिलिटी ऑफ E1। ठीक है, मतलब कि दो चित प्राप्त होए इसकी संभावना साडे कोल की है। तो संभावना दे विच आपां की लिखना है, ਉਹ ਵਾਲੀਆਂ ਕੋਸ਼ਿਸ਼ਾਂ ਦੀ ਸੰਖਿਆ ਜਿਹਦੇ ਵਿੱਚ E1 ਘਟਨਾ ਭਾਵ ਕਿ ਦੋ ਚਿਤ ਸਾਨੂੰ ਪ੍ਰਾਪਤ ਹੋਏ ਨੇ ਉਹਨਾਂ ਦੀ ਗਿਣਤੀ ਆਪਾਂ ਉੱਪਰ ਲਿਖਾਂਗੇ 105 ਤੇ ਉਹ ਕੁੱਲ ਕੋਸ਼ਿਸ਼ਾਂ ਦੀ ਜਿਹੜੀ ਸੰਖਿਆ ਹੈ ਉਹ ਅਸੀਂ ਹੇਠਾਂ ਲਿਖਾਂਗੇ। ਕੁੱਲ ਕੋਸ਼ਿਸ਼ਾਂ ਜਿਹੜੀਆਂ ਉਹ ਸਾਡੇ ਕੋਲ 500 ਹੋਈਆਂ ਨੇ। ठीक है, तो साडे कोल जिहड़ी संभावना है पहली PE वो सानू 105/500 जिहड़ा साडे कोलों प्राप्त हो जाता है। ठीक है, और दूसरा साडे कोल प्रोबेबिलिटी ऑफ E2 भाव के एक चित्त प्राप्त होने की जिहड़ी संभावना है, तो एक चित्त सानू कितनी बार मिली है, सवाल दे विच सानू दस्सिया गया है 275 बार, तो ये साडे कोल इत्थे 275 आ जाएगा। और वटा कुल कोशिशों की संख्या भाव जिन्नी बार सिक्का उछालिया गया सी 500 बार। ठीक है, तो ਇਹਦੇ ਨਾਲ ਹੀ ਤੀਜੀ ਘਟਨਾ ਦੀ ਸੰਭਾਵਨਾ ਭਾਵ E3 PE3 ਇਹ ਸਾਡੇ ਕੋਲ ਬਣੇਗੀ 120 ਜਦੋਂ ਸਾਡੇ ਕੋਲ ਕੋਈ ਵੀ ਚਿਤ ਨਹੀਂ ਪ੍ਰਾਪਤ ਹੋਇਆ 120 ਵਾਰ ਤੇ ਕੁੱਲ ਕੋਸ਼ਿਸ਼ਾਂ ਦੀ ਸੰਖਿਆ ਜਿਹੜੀ 500 ਉਹ ਸਾਡੇ ਕੋਲ ਹੇਠ ਆ ਜਾਏਗੀ। ਠੀਕ ਹੈ, तो ਇਸ ਤਰ੍ਹਾਂ ਤਿੰਨੋਂ ਘਟਨਾਵਾਂ ਦੀ ਜਿਹੜੀ ਸੰਭਾਵਨਾ ਹੈ ਉਹ ਅਸੀਂ ਪਤਾ ਕਰ ਸਕਦੇ ਹਾਂ। ਠੀਕ ਹੈ, ਇਹਨਾਂ ਨੂੰ ਭਾਗ ਕਰਕੇ ਦਸ਼ਮਲਵ ਦੇ ਵਿੱਚ ਵੀ ਇਹਨਾਂ ਦਾ ਉੱਤਰ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਜਿਵੇਂ ਜਦੋਂ ਤੁਸੀਂ ਭਾਗ ਕਰੋਗੇ ਤਾਂ PE1 ਦੀ ਜੋ ਕੀਮਤ ਹੈ ਇਹ ਸਾਨੂੰ ਪ੍ਰਾਪਤ ਹੋਏਗੀ 0.21। ठीक है, 0.21 ਤੇ PE2 ਦੀ ਆਪਾਂ ਗੱਲ ਕਰੀਏ ਤਾਂ ਇਹ ਸਾਡੇ ਕੋਲ ਹੋ ਜਾਏਗਾ 0.55 0.55 ਤੇ PE3 ਦੀ ਆਪਾਂ ਗੱਲ ਕਰੀਏ ਤਾਂ ਇਹ ਸਾਡੇ ਕੋਲ ਬਣ ਜਾਏਗਾ 0.024। ठीक है विद्यार्थियों, तो इस सवाल दे विच ये साडे कोल लोड़ींदियां जिहड़ियां संभावनावां ने वो असीं प्राप्त कर लईआं ने जो सानूं सवाल दे विच किहा गया सीगा। इस तो बाद पिछले सवाल दे वांग एक बार फिर आपां ये सारियां संभावनावां नूं जोड़ के देखना है कि साडे कोल उत्तर जिहड़ा की बनदा है। तो सारियां संभावनावां नूं जदों असीं जोड़ांगे PE1 PE2 प्लस PE3 तो ये साडे कोल बनेगा 0.21 प्लस 0.55 प्लस 0.24। ठीक है, तुसी देखोगे कि जदों असीं इन्हां नूं जोड़दे हां चार ते 5 साडे कोल 9 हुंदे ने, 9 ते 1 10, 1 हासिल आएगा। ठीक है, 2 ते 1 3, 3 5 8, 8 ते 2 10, फिर 10 आएगा ते हासिल अगे चले जाएगा ते साडे कोल ਜਿਹੜਾ ਉੱਤਰ ਹੈ ਉਹ 1 ਪ੍ਰਾਪਤ ਹੋ ਜਾਂਦਾ ਹੈ। ਠੀਕ ਹੈ, 1। तो ਤਿੰਨੋਂ ਹੀ ਸੰਭਾਵਨਾਵਾਂ ਤਿੰਨੋਂ ਹੀ ਘਟਨਾਵਾਂ ਦੀਆਂ ਸੰਭਾਵਨਾਵਾਂ ਨੂੰ ਜਦੋਂ ਅਸੀਂ ਜੋੜਿਆ ਤਾਂ ਬਿਲਕੁਲ ਪਿਛਲੇ ਸਵਾਲ ਦੀ ਤਰ੍ਹਾਂ ਸਾਡੇ ਕੋਲ ਜਿਹੜਾ ਉੱਤਰ ਹੈ ਉਹ 1 ਪ੍ਰਾਪਤ ਹੋਇਆ। तो ਇਸ ਤੋਂ ਸਾਨੂੰ ਇਹ ਚੀਜ਼ ਹੋਰ ਪੱਕੀ ਹੋ ਜਾਂਦੀ ਹੈ ਕਿ ਕਿਸੇ ਵੀ ਪ੍ਰੀਖਣ ਕਿਸੇ ਵੀ ਐਕਸਪੈਰੀਮੈਂਟ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਘਟਦੀਆਂ ਨੇ ਅਗਰ ਹਰ ਇੱਕ ਘਟਨਾ ਦਾ ਅਸੀਂ ਹਰ ਇੱਕ ਘਟਨਾ ਦੀ ਸੰਭਾਵਨਾ ਪਤਾ ਕਰ ਲੈਂਦੇ ਆ ਤਾਂ ਉਹ ਸੰਭਾਵਨਾਵਾਂ ਦਾ ਜੋੜ ਹੈ ਉਹ ਸਾਡੇ ਕੋਲ ਹਮੇਸ਼ਾ 1 ਦੇ ਬਰਾਬਰ ਹੁੰਦਾ ਹੈ। ठीक है विद्यार्थियों, तो आओ देखते हैं अगला सवाल। ठीक है, एक क्रिकेट मैच विच एक महिला बल्लेबाज खेडियां गईयां 30 गेंदां विचों 6 वार चौका मारदी है, चौका ना मारे जाण दी संभावना पता करो। ठीक है, कुल ਜਿਹੜੀਆਂ गेंदां महिला गेंदबाज ने खेडियां ने ਉਹ ਉਹਨਾਂ ਦੀ ਗਿਣਤੀ ਜਿਹੜੀ ਉਹ ਸਾਡੇ ਕੋਲ ਕੀ ਹੈ 30 ਹੈ। ਇਹਦਾ ਮਤਲਬ ਕੋਸ਼ਿਸ਼ਾਂ ਦੀ ਜਿਹੜੀ ਕੁੱਲ ਸੰਖਿਆ ਉਹ ਸਾਡੇ ਕੋਲ 30 ਹੋਏਗੀ। ਉਹਦੇ ਵਿੱਚੋਂ 6 ਗੇਂਦਾਂ ਦੇ ਉੱਤੇ ਉਹਨੇ ਚੌਕਾ ਜਿਹੜਾ ਮਾਰਿਆ ਹੈ ਤੇ ਇਹਦਾ ਮਤਲਬ ਬਾਕੀ ਜਿਹੜੀਆਂ ਬੋਲਾਂ ਤੇ ਜਿਹੜੀਆਂ ਗੇਂਦਾਂ ਦੇ ਉੱਤੇ ਚੌਕਾ ਉਹਨੇ ਨਹੀਂ ਮਾਰਿਆ। ਤਾਂ ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਕੁੱਲ ਖੇਡੀਆਂ ਗਈਆਂ ਗੇਂਦਾਂ ਦੀ ਗਿਣਤੀ। ਖੇਡੀਆਂ ਗਈਆਂ ਕੁੱਲ ਗੇਂਦਾਂ ਦੀ ਗਿਣਤੀ ਇਹਨਾਂ ਦੀ ਗਿਣਤੀ ਸਾਡੇ ਕੋਲ 30 ਹੈ। ਮਾਰੇ ਗਏ ਚੌਕਿਆਂ ਦੀ ਗਿਣਤੀ ਮਾਰੇ ਗਏ ਚੌਕਿਆਂ ਦੀ ਗਿਣਤੀ बराबर 6। ਉਹਨਾਂ ਗੇਂਦਾਂ ਦੀ ਗਿਣਤੀ ਜਿਨ੍ਹਾਂ ਉੱਤੇ ਚੌਕਾ ਨਹੀਂ ਮਾਰਿਆ ਗਿਆ
ਉਹਨਾਂ ਗੇਂਦਾਂ ਦੀ ਗਿਣਤੀ ਜਿਨ੍ਹਾਂ ਉੱਤੇ ਚੌਕਾ ਨਹੀਂ ਮਾਰਿਆ ਗਿਆ। ਹਾਂਜੀ, ਉਹ ਅਸੀਂ 30 ਦੇ ਵਿੱਚੋਂ 6 ਘਟਾਵਾਂਗੇ ਤਾਂ ਸਾਡੇ ਕੋਲ ਜਿਹੜਾ 24 ਪ੍ਰਾਪਤ ਹੁੰਦਾ ਹੈ, ਭਾਵ ਕਿ 24 ਗੇਂਦਾਂ ਦੇ ਉੱਤੇ ਮਹਿਲਾ ਬੱਲੇਬਾਜ਼ ਚੌਕਾ ਨਹੀਂ ਮਾਰ ਸਕੀ। ਠੀਕ ਹੈ, ਤਾਂ ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ ਹੁਣ ਅਸੀਂ ਪਤਾ ਕਰਨੀ ਹੈ। ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ। ਹਾਂਜੀ ਵਿਦਿਆਰਥੀਓ, ਤਾਂ ਕੁੱਲ ਕੋਸ਼ਿਸ਼ਾਂ ਦੀ ਗਿਣਤੀ ਜਿਹੜੀ ਆ ਉਹ ਅਸੀਂ ਥੱਲੇ ਲਿਖਾਂਗੇ, ਭਾਵ ਕੁੱਲ ਗੇਂਦਾਂ ਜਿਹੜੀਆਂ ਉਹਨੇ ਖੇਡੀਆਂ ਨੇ 30, ਔਰ ਉਹਦੇ ਵਿੱਚੋਂ ਕਿੰਨੀ ਵਾਰ ਉਹ ਚੌਕਾ ਨਹੀਂ ਮਾਰ ਸਕੀ ਉਹ ਗਿਣਤੀ ਅਸੀਂ ਉੱਪਰ ਲਿਖਾਂਗੇ, ਭਾਵ ਕਿ 24। ਤਾਂ 24/30 ਦੋਨੋਂ 6 ਦੇ ਪਹਾੜੇ ਦੇ ਵਿੱਚ ਜਾਂਦੇ ਨੇ, ਤਾਂ 6 ਚੌਕਾ 24 ਆਏਗਾ ਸਾਡੇ ਕੋਲ, 6 ਪੰਜਾ 30। ਤਾਂ ਉੱਤਰ ਜੋ ਹੈ ਸਾਡੇ ਕੋਲ ਉਹ ਕੀ ਬਣ ਜਾਂਦਾ ਹੈ, 5/4/5। ਸੋ ਆਪਾਂ ਕਹਿ ਸਕਦੇ ਹਾਂ ਕਿ ਇਸ ਸਵਾਲ ਦੇ ਵਿੱਚ ਇਸ ਤਰ੍ਹਾਂ ਲੋੜੀਂਦੀ ਸੰਭਾਵਨਾ 4/5। ਵਿਦਿਆਰਥੀਓ, ਤੋਂ ਇਸੇ ਢੰਗ ਦੇ ਨਾਲ, ਇਸੇ ਹੀ ਤਰੀਕੇ ਦੇ ਨਾਲ ਜਿਹੜਾ ਦਿੱਤਾ ਸੂਤਰ, ਜਿਸ ਸੂਤਰ ਦੀ ਆਪਾਂ ਗੱਲ ਕੀਤੀ ਹੈ ਉਸ ਦੀ ਵਰਤੋਂ ਕਰਦੇ ਹੋਏ ਆਪਾਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜਿਹੜੀ ਸੰਭਾਵਨਾ ਉਹ ਪਤਾ ਕਰ ਸਕਦੇ ਹਾਂ। ਠੀਕ ਹੈ ਵਿਦਿਆਰਥੀਓ, ਤੋਂ ਇਹਦੇ ਸਵਾਲ, ਇਹਦੇ ਨਾਲ ਦੇ ਰਿਲੇਟਡ ਜਿੰਨੇ ਵੀ ਸਵਾਲ ਨੇ ਉਹ ਤੁਸੀਂ ਜ਼ਰੂਰ ਉਹਨਾਂ ਦਾ ਅਭਿਆਸ ਕਰਨਾ ਹੈ। ਠੀਕ ਹੈ ਪਿਆਰੇ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਹਰ ਇੱਕ ਚੀਜ਼ ਜੋ ਅੱਜ ਦੇ ਲੈਸਨ ਵਿੱਚ, ਜੋ ਅੱਜ ਦੀ ਕਲਾਸ ਵਿੱਚ ਅਸੀਂ ਡਿਸਕਸ ਕੀਤੀ ਹੈ, ਉਹਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਸਮਝਿਆ ਹੋਵੇਗਾ ਅਤੇ ਨੋਟ ਵੀ ਕੀਤਾ ਹੋਵੇਗਾ। ਹਰ ਇੱਕ ਫਾਰਮੂਲਾ, ਹਰ ਇੱਕ ਸਵਾਲ ਜਿਹੜਾ ਉਹ ਤੁਹਾਨੂੰ ਸਮਝ ਆਇਆ ਹੋਵੇਗਾ। ਸੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ। ਇਸ ਤੋਂ ਬਾਅਦ ਆਪਾਂ ਅਗਲੇ ਲੈਸਨ ਦੇ ਵਿੱਚ ਅਗਲੇ ਕਨਸੈਪਟ ਦੇ ਨਾਲ ਫਿਰ ਦੁਬਾਰਾ ਮਿਲਾਂਗੇ, ਅਤੇ ਉਦੋਂ ਤੱਕ ਸਤਿ ਸ਼੍ਰੀ ਅਕਾਲ।